बिस्मिल्लाहिर्रहमानिर्रहीम अस्सलामु अलैकुम वरहमतुल्लाहि वबरकातुहू। तो कैसे हैं आप सब नाज़रीन इकराम, मैं हूं अब्दुल्ला इदरीस और आप देख रहे हैं आपका अपना चैनल लाहौरी जायके। तो गाइस, जैसे पहले आप लोगों के साथ कमर्शियल रेसिपी शेयर करता रहा हूँ, आज भी एक कमर्शियल रेसिपी के साथ हाजिर हुआ हूँ। आज हम बनाएंगे बदाना, जो जिसे स्वीट बूंदी भी कहा जाता है। नॉर्मली इसे बदाना ही कहा जाता है, लाहौर में तो इसे बदाना ही कहा जाता है। ये नमक पारों के साथ जो है ना वो खाया जाता है। बहुत ही आसान सी रेसिपी है इसकी और बहुत ही जल्दी बन जाने वाली रेसिपी है। तो आज आप लोगों के साथ में शेयर करूंगा बदाने की रेसिपी। ये आप देख सकते हैं मेरे पीछे जो ना ये बदाना बना भी हुआ है, ये हमने भी तैयार कर लिया। तो आप लोगों को मैं दिखाऊंगा ये बदाना हमने किस तरीके से तैयार किया है और इसको बनाने के लिए कौन कौन सी चीज़ें इस्तेमाल की गई हैं। ਇਹ ਪੈਨ ਹੁਣ ਅਸੀਂ ਬਣਾਉਣ ਲੱਗੇ ਆ ਬਦਾਨਾ। ਇਹ ਹਲਕਾ ਜਿਹਾ ਨੀਮ ਪਾਣੀ ਗਰਮ ਕੀਤਾ ਵਾ, ਨੀਮ ਗਰਮ ਪਾਣੀ ਠੀਕ ਹੋ ਗਿਆ। ਉਸ ਤੋਂ ਬਾਅਦ ਅਸੀਂ ਹਲਕੀ ਜਿਹੀ ਟਾਟਰੀ ਲਾਉਣੀ, ਹਲਕੀ ਜਿਹੀ 4 ਦਾਣੇ ਟਾਟਰੀ ਦੇ ਠੀਕ ਹੋ ਗਿਆ ਜੀ। ਇਹਨੂੰ ਅੱਛੀ ਤਰ੍ਹਾਂ ਖੋਲ ਲੈਣਾ। ਉਹ ਟਾਟਰੀ ਤੋਂ ਬਾਅਦ ਹਲਕਾ ਜਿਹਾ ਬੇਸਨ ਲਾਉਣਾ ਅਸੀਂ ਭਾਈ ਜੀ। ਉਸ ਤੋਂ ਬਾਅਦ ਮੈਦਾ ਪਾਣਾ ਹੈ, ਤਕਰੀਬਨ 3 ਕੁ ਪਾਉ। तो साजी पानी तकरीबन लीटर एक हैगा सी। हाँ जी, 1 लीटर पानी का है। थोड़ा जिहा होर पा दें। हाँ जी, ਇਹਦੇ ਬਹੁਤਾ ਸਪੀਡ ਨਾਲ ਹੀ ਹੱਥ ਮਾਰਨਾ, ਬਹੁਤਾ ਹੱਥ ਨਹੀਂ ਮਾਰਨਾ ਹੈਗਾ ਇਹਦੇ 'ਚ। ਬਹੁਤਾ ਹੱਥ ਮਾਰੋਗੇ ਤੇ ਚੀੜਾ ਹੋ ਜਾਏ। ਇਹ ਪੈਨ ਹਲਕਾ ਜਿਹਾ ਮਿੱਠਾ ਸੋਡਾ ਲਾਣਾ ਹੈ। ਠੀਕ ਹੋ ਗਿਆ ਨਹੀਂ। अच्छा, कटते क्यों पे हो? ਇਹ ਰੰਗ ਨਹੀਂ ਲਾਉਣੇ। अच्छा, हूँ तैयार हो गया है। हाँ जी, ਇਹ ਬਿਲਕੁਲ ਤਿਆਰ ਹੋ ਗਿਆ ਹੈ। ਇਹ ਜਲੇਬੀਆਂ ਨਾਲੋਂ, ਜਲੇਬੀਆਂ ਦੇ ਮੈਦੇ ਨਾਲੋਂ ਨਾ हाँ जी। ਥੋੜਾ ਜਿਹਾ ਮੁਲਾਇਮ ਰੱਖਣਾ, अच्छा ਮੁਲਾਇਮ ਰੱਖਣਾ ਹੈ। ਤੇ ਇਹਦੇ 'ਚ ਥੋੜਾ ਜਿਹਾ ਕੱਢ ਲਿਆ ਅਸੀਂ ਜੀ, ਵਿੱਚੋਂ ਮਸਲਨ ਅੱਧਾ ਕੱਢ ਲਿਆ, ਅੱਧਾ ਚਿੱਟਾ ਨਿਕਲ ਜਾਣਾ ਵਾ। ਤੇ 3 ਹਿੱਸੇ ਕੀਤੇ ਨਾ, ਤਿੰਨਾਂ ਹਿੱਸਿਆਂ ਦੇ ਵਿੱਚ ਅੱਧਾ ਚਿੱਟਾ ਹੋ ਗਿਆ, ਅੱਧਾ ਵਿੱਚ ਆਪਣਾ ਗੁਲਾਬੀ ਹੋ ਗਿਆ, ਅੱਧਾ ਵਿੱਚ ਸਬਜ਼ ਹੋ ਗਿਆ। मतलब वो जरा कटिया उन्होंने रंग लाओगे। ਹਾਂਜੀ, ਉਹਨੂੰ ਰੰਗ ਲਾਵਾਂਗੇ। ਹਾਂਜੀ, तो इनू बनाने तो बाद कितनी देर तक रेस्ट देना होंगे? ਇਹਨੂੰ ਕੋਈ ਰੈਸਟ ਨਹੀਂ, ਬਸ ਘਿਓ ਗਰਮ ਹੋਣ ਦੀ ਦੇਰ ਹੈ। ਘਿਓ ਤੇ ਰੱਖ ਦਿੱਤਾ ਹੈ ਭਾਈ, ਆ ਨਾਲ ਹੀ ਹੁਣ ਅਸੀਂ ਸ਼ੁਰੂ ਕਰ ਦੇਣਾ ਹੈ। मतलब रेस्ट देने की जरूरत नहीं, घ्यो गर्म हो जाए ਨਾਲ ਹੀ ਸ਼ੁਰੂ ਕਰ ਦਿਓ। ਥੋੜੀ ਜਿਹੀ ਖੰਡ ਪਹਿਲੇ ਤਿਆਰ ਕੀਤੀ ਹੋਈ ਹੈ ਮੇਰੀ, ਤੇ ਇਹ ਥੋੜੀ ਜਿਹੀ ਹੋਰ ਪਾਉਣੀ ਹੈ। ਠੀਕ ਹੋ ਗਿਆ। ਇਹ ਬਦਾਨੇ ਵਾਸਤੇ ਖੰਡ ਤਿਆਰ ਹੋ ਰਹੀ ਹੈ। ਇਹ ਦੇਖੋ ਭੈਣ, ਇੱਥੇ ਖੰਡ ਤਿਆਰ ਹੋ ਗਈ ਹੈ। ਤਾਰ ਜੀ ਬੰਨ੍ਹਦੀ, ਇਹ ਨਜ਼ਰ ਆਉਣ ਲਈ। हाँ जी। ਇਹ ਖੰਡ ਤਿਆਰ ਹੋ ਗਈ। सही, बदाने की खंड तैयार हुई। ਇਹ ਬਦਾਨੇ ਦੀ ਖੰਡ ਤਿਆਰ ਹੋ ਗਈ। सही, ठीक हो गया। ਇਹ ਤਾਰ ਬਣਨੀ ਜ਼ਰੂਰੀ ਹੈ। ਇਹ ਜਿਹੜੀ ਤਾਰ ਬਣਦੀ ਹੈ ਨਾ, ਇਹ ਬਣਨੀ ਜ਼ਰੂਰੀ ਹੈ। सही। ਜੇ ਅਗਰ ਇਸ ਤੋਂ ਤਾਰ ਨਾ ਬਣੇਗੀ हाँ जी। ਤੇ ਸਮਝ ਲਓ ਕਿ ਬਦਾਨਾ ਤੁਹਾਡਾ ਨਰਮ ਹੋ ਜਾਏਗਾ, ਜਾਨ 'ਚ ਨਹੀਂ ਰਹੇਗਾ ਬਦਾਨਾ। सही। ਇਸ ਤਰ੍ਹਾਂ ਬਦਾਨਾ ਜਾਨ 'ਚ ਰਹੇਗਾ। ਹੁਣ ਖੰਡ ਤਿਆਰ ਹੋ ਗਈ ਬਿਲਕੁਲ। ਹਾਂਜੀ, ਇਹ ਖੰਡ ਤਿਆਰ ਹੋ ਗਈ ਹੈ। ਲਓ ਅੱਛਾ, ਇਹਦਾ ਤੁਸੀਂ ਮੈਨੂੰ ਰੇਸ਼ੋ ਦੱਸ ਦਿਓ ਸਾਡੀ, ਕਿ ਇਹਦੇ ਚ ਪਾਣੀ ਕਿੰਨਾ ਹੈ ਤੇ ਚੀਨੀ ਕਿੰਨੀ ਹੈ? ਭੈਣ, ਇਹਦੇ 'ਚ 5 ਕਿਲੋ ਚੀਨੀ ਪਾਈ ਹੈ, ਸਹੀ 3 ਕਿਲੋ ਪਾਣੀ ਪਾਇਆ। ਸਹੀ। ਠੀਕ ਹੈ ਨਾ। ਮਤਲਬ ਇਹਦੀ ਟੋਟਲ ਜਿਹੜੀ ਰੇਸ਼ੋ ਹੈ ਉਹ 5 ਕਿਲੋ ਚੀਨੀ ਦੇ ਵਿੱਚ 3 ਕਿਲੋ ਪਾਣੀ ਪਾਉਣਾ ਹੈ। ਹਾਂਜੀ, ਸਹੀ, ਠੀਕ ਹੋ ਗਿਆ। ਤੇ ਸਮਝ ਲਓ ਫਿਰ ਖੰਡ ਤੁਹਾਡੀ ਜਦੋਂ 2-3 ਵਾਲੇ ਆ ਜਾਣਗੇ, ਤਾਰ ਬਣਨੀ ਸ਼ੁਰੂ ਹੋ ਜਾਏਗੀ।
सही चलो ठीक है पाए ना ए घ्यो है सही ठीक है ठंड की वजह से जम गया ठंड की वजह तो जम गया है घ्यो सही सही मैं देखो पैना थोड़ा थोड़ा चपना ਇਹਨੂੰ ਭੈਣ ਬਦਾਨਾ ਵੀ ਕਹਿੰਦੇ ਨੇ ਬੂੰਦੀ ਵੀ ਕਹਿੰਦੇ ਨੇ ਇੱਕ ਬੂੰਦੀ ਵੇਸਣ ਦੀ ਵੀ ਹੁੰਦੀ ਹੈ ਅਸਲ ਇਹਦਾ ਨਾਮ ਬਦਾਨਾ ਹੀ ਹੈ। ਹੁਣ ਲਾਉਣ ਲੱਗੇ ਆ ਰੰਗ ਠੀਕ ਹੋ ਗਿਆ ਇਹ ਸਬਜ਼ ਰੰਗ ਹੈ ਜੀ ਭੈਣ ਹੁਣ ਅਸੀਂ ਲਾਉਣ ਲੱਗੇ ਆ ਗੁਲਾਬੀ ਰੰਗ ਜਿਹੜਾ ਕੰਪਨੀ ਨੇ ਕੱਢਿਆ ਹੈ तो फूड कलर जो है ना वो अच्छा वाला इस्तेमाल करना है ਹਾਂਜੀ ਇਹ ਭੈਣ ਹੁਣ ਪੱਕਾ ਹੋਣ ਲੱਗਿਆ ਪਹਿਲੇ ਆਪ ਕੱਢਿਆ ਸੀਗਾ ਉਸ ਤੋਂ ਬਾਅਦ ਹੁਣ ਪੂਰਾ ਹੋਣਾ ਹੈ तो पहले इन्हें हाफ डन करना है सारे नू ਹਾਂਜੀ उस तो बाद फिर इन्हें फुल फ्राई करना है ਉਹ ਤਾਂ ਫਰਾਈ ਫੇਰ ਹੋਣਾ ਹੈ ਬਾਅਦ ਵਿੱਚ ਇਹਦੀ ਕੋਈ ਖਾਸ ਵਜ੍ਹਾ ਸਾਡੀ ਨਹੀਂ
ਇਹਦੀ ਵਜ੍ਹਾ ਇਹ ਆ ਕਿ ਵੀ ਇਹ ਹੋਇਆ ਹੁੰਦਾ ਖਮੀਰ। ਤੇ ਇਹ ਮਸਾਲਾ ਲੱਗਦਾ ਨਾ, ਹਾਂਜੀ ਮਿੱਠਾ ਥੋੜਾ ਜਿਹਾ ਲਾਉਂਦੇ ਮਿੱਠਾ ਸੋਡਾ ਹੋ ਗਿਆ, ਤਾਂ ਗਾਣੇ ਦਾ ਟਾਟਰੀ ਹੋ ਗਈ, ਇਹ ਕਰ ਦਿੰਦੀ ਆ ਖਮੀਰ ਇਹ। ਤੇ ਤੇ ਫਿਰ ਇੱਕ ਦਫਾ ਪੱਕਦਾ ਕੋਈ ਨਹੀਂ, ਚਮਕ ਨਹੀਂ ਆਉਂਦੀ, ਸਫਾਈ ਨਹੀਂ ਆਉਂਦੀ ਇਹਦੇ ਤੇ। ਬਾਈ ਨੇ ਇੱਕ ਵਜ੍ਹਾ ਆ ਕੇ ਦੱਸਦੀ ਹੈ। ਹਾਂਜੀ ਇੱਕ ਵਜ੍ਹਾ ਇਹ ਆ ਕਿ ਖਾਣ ਦੇ ਵਿੱਚ ਜਦੋਂ ਸਿੱਕੀਦਾ ਨਾ, ਹਾਂਜੀ ਇਕੱਠਾ ਸਿੱਕੀਦਾ ਥੋੜਾ ਥੋੜਾ ਕਰਕੇ ਸਿੱਕੀਏ ਨਾ, ਹਾਂਜੀ ਤੇ ਉਹ ਖਾਣ ਨਹੀਂ ਟੁਕੜਾ ਦੇ ਖਾਣ ਨਹੀਂ ਨਿਕਲਦਾ ਹੈਗਾ ਸਹੀ, ਤੇ ਵੈਸੇ ਉਹ ਨਰਮ ਹੋ ਜਾਂਦਾ ਵਾ, ਹਾਰਡ ਨਹੀਂ ਹੁੰਦਾ ਹੈਗਾ। ਮਤਲਬ ਇਹਨੂੰ ਥੋੜਾ ਜਿਹਾ ਹਾਰਡ ਰੱਖਣਾ ਜਿਹੜਾ ਨਾ, ਮਤਲਬ ਬਦਾਨੇ ਨੂੰ, ਕਿਉਂਕਿ ਉਹ ਗਾਹਕ ਵੀ ਖੁਸ਼ ਹੋ ਕੇ ਲੈਂਦਾ ਕਿ ਵੀ ਇਹ ਬਦਾਨਾ ਕੜਕ ਹੈ। मतलब ਇਹਨੂੰ ਜਦੋਂ ਤੁਸੀਂ ਫੁੱਲ ਫਰਾਈ ਕਰੋਗੇ, ਹਾਂਜੀ ਮਤਲਬ ਇਹਨੂੰ ਇਹਦਾ ਕਲਰ ਨਹੀਂ ਚੇਂਜ ਹੋਣਾ ਚਾਹੀਦਾ। ਹਾਂਜੀ, ਕਲਰ ਨਾਰਮਲ ਰਹਿਣਾ ਚਾਹੀਦਾ ਹੈ। ਦੇਖੋ ਮੈਂ ਤੁਹਾਨੂੰ, ਮਤਲਬ ਜਿਹੜਾ ਚਿੱਟਾ ਹੈ ਉਹਨੂੰ ਲਾਲ ਨਹੀਂ ਹੋਣਾ ਚਾਹੀਦਾ। ਹਾਂਜੀ ਉਹ ਨਾ ਇਹ ਦੇਖੋ ਪੱਕ ਪੱਕ ਲਾਲ ਹੋ ਜਾਏ। ਕੜਕ ਨਹੀਂ ਹੋ ਰਿਹਾ ਹੈ, ਹਾਂਜੀ ਨਰਮ ਹੈ ਇਹਦੇ। ਹਾਂਜੀ ਠੀਕ ਹੈ ਨਾ? ਤੇ ਹੁਣ ਫੜ ਕੇ ਦੇਖੋ, ਇਹ ਸਖਤ ਹੋ ਗਿਆ, ਇਹ ਦੇਖੋ ਕੜਕ ਹੁੰਦਾ ਹੈ, ਤੇ ਇਹ ਦੇਖੋ ਹਾਂਜੀ ਆਵਾਜ਼ ਵੀ ਆ ਰਹੀ ਆਵਾਜ਼ ਵੀ ਆ ਰਹੀ, ਇਹ ਕੜਕ ਹੋ ਗਿਆ। ਹੁਣ ਇਸ ਨੂੰ ਅਸੀਂ ਕੱਢ ਲੈਣਾ ਛਾਨਣੇ 'ਚ। ਅੱਛਾ ਇਹ ਛਾਨਣੇ 'ਚ ਅਸੀਂ ਕੱਢ ਲਿਆ ਇਸ ਨੂੰ। ਤੇ ਇਹ ਭਾਈ ਨੇ ਖੰਡ ਦੇ ਵਿੱਚ ਸੁੱਟਦਾ ਹੈ। ਸਹੀ ਹੋ ਗਿਆ। ਇਸ ਨੂੰ ਹੁਣ ਅੱਛੇ ਤਰੀਕੇ ਨਾਲ ਹੱਲ ਕਰ ਲਓ। ਅੱਛਾ ਉਹਦਾ ਚਾਸ਼ਨੀ ਦਾ ਦੱਸੋ ਕਿ ਇਹ ਕਿੰਨੀ ਕੁ ਗਰਮ ਹੋਣੀ ਚਾਹੀਦੀ ਜਦੋਂ ਇਹਦੇ ਵਿੱਚ ਬਦਾਨਾ ਪਾਉਣਾ? ਨਾਰਮਲ ਜੀ ਗਰਮ ਹੋਣੀ ਚਾਹੀਦੀ ਤੁਹਾਨੂੰ, ਮਤਲਬ ਜ਼ਿਆਦਾ ਗਰਮ ਨਹੀਂ ਹੋਣੀ ਚਾਹੀਦੀ। ਜ਼ਿਆਦਾ ਗਰਮ ਨਹੀਂ ਹੋਣੀ ਚਾਹੀਦੀ। ਜੇ ਜ਼ਿਆਦਾ ਗਰਮ ਹੋਏਗੀ ਤੇ ਫਿਰ ਸਮਝ ਲਓ ਕਿ ਵੀ ਇਹ ਨਰਮ ਹੋ ਜਾਏਗਾ। ਬਦਾਨਾ ਨਰਮ ਹੋ ਜਾਏਗਾ। ਹਾਂਜੀ ਸਹੀ ਬੰਦ। ਇਹ ਪੈਨ ਸਿਰਫ ਵੱਧ ਤੋਂ ਵੱਧ ਇਹਦਾ ਟਾਈਮ ਆ ਨਾ ਜਿਹੜਾ, ਹਾਂਜੀ 1 ਮਿੰਟ ਤੱਕ ਵਿੱਚ ਰਵੇ ਬਦਾਨਾ ਦੇ ਵਿੱਚ, 1 ਮਿੰਟ ਤੱਕ ਵਿੱਚ ਰਵੇ ਬਦਾਨਾ। ਸਹੀ ਇਹ ਆਪਣੀ ਮਕਦਾਰ ਦੇ ਮੁਤਾਬਕ ਇਸ ਨੇ ਚਾਸ ਚੁੱਕ ਲੈਣੀ ਹੈ। ਸਹੀ ਉਸ ਤੋਂ ਬਾਅਦ ਇਸ ਨੂੰ ਛਾਨਣਾ ਲੈ ਕੇ ਹਾਂਜੀ ਉਹਦੇ 'ਚ ਬਾਹਰ ਕੱਢ ਦਿਓ। ਤਾਂ ਕਿ ਇਹਦੀ ਜਿਹੜੀ ਚਾਸ਼ਨੀ ਉਹ ਚੰਗੀ ਤਰ੍ਹਾਂ ਨਿਕਲ ਜਾਵੇ। ਹਾਂਜੀ ਚੰਗੀ ਤਰ੍ਹਾਂ ਨਿਕਲ ਜਾਏ। ਸਹੀ ਲਓ ਜੀ, ਇਹਨੇ ਵਿੱਚ ਕੱਢਤਾ ਇਹਦੇ ਵਿੱਚ। ਸਹੀ ਇਸ ਨੂੰ ਤਕਰੀਬਨ ਅੱਧੇ ਤੋਂ ਪੌਣਾ ਘੰਟਾ ਨਾ ਇਹਦਾ ਹਾਂਜੀ ਠੰਡਾ ਕਰਨੇ ਵਾਸਤੇ ਰੱਖ ਦਿਓ। ਸਹੀ ਖੋਲ ਦਿਓ, ਇਹ ਜੁੜੇ ਨਾ। ਸਹੀ ਹਾਂ ਖੰਡ ਆਪਸ ਵਿੱਚ ਜੁੜ ਜਾਂਦੀ ਹੈ। ਹਾਂਜੀ ਇਹ ਹੁਣ ਅੱਧੇ ਤੋਂ ਪੌਣਾ ਘੰਟਾ ਪਿਆ ਰਹੇਗਾ, ਠੰਡਾ ਹੋ ਜਾਏਗਾ। ਉਸ ਤੋਂ ਬਾਅਦ ਫਿਰ ਇਸ ਨੂੰ ਦੁਕਾਨ ਤੇ ਲੈ ਜਾਣਾ। ਅੱਗੇ दुकान पे लाएगा ਹੁਣ तैयार हो गया। ਹਾਂਜੀ सही तो नाज़रीन इकराम आप देख सकते हैं बदाना जो है ना वो हमारा बन के बिल्कुल रेडी हो चुका हुआ है। अल्हम्दुलिल्लाह बहुत ही ज़बरदस्त बदाना तैयार हुआ है। ये देखिए माशाल्लाह से बहुत ही ज़बरदस्त जो है ना वो बदाना तैयार हुआ है। आप लोग इसे घर पे लाजमी ट्राई कीजिएगा और मुझे अपना फ़ीडबैक भी दीजिएगा कि आप लोगों ने जब बदाना बनाया तो वो कैसा बना। यहाँ टाइम हुआ है आप लोगों से इजाज़त लेने का। आप लोगों से इंशाल्लाह मुलाकात होगी एक नई वीडियो में एक नई रेसिपी के साथ। तब तक के लिए अपना और अपने घर वालों का बहुत ज़्यादा ख्याल रखिएगा। मुझे अपनी दुआओं में याद रखिएगा। अल्लाह हाफ़िज़।